भाई आप बताएं आपका नाम क्या है, आप रहने वाले कहाँ के हैं? मेरा नाम जॉयस है और मैं बटाली का रहने वाला हूँ। ओके, अपनी गवाही में आपकी टेस्ट में लिखा कि आपको गठिए का रोग था और आपकी लाइफ भी बहुत ज्यादा पाप में थी। तो आप अपनी उस लाइफ के बारे में बताएं, कैसी आपकी लाइफ थी और ये बीमारी कैसे पैदा हुई, इसके कारण क्या क्या दिक्कत रहती थी, खुल के बताइए अपनी गवाही में आप। मैं ਬੌਨ ਕ੍ਰਿਸਚੀਅਨ ਫੈਮਿਲੀ ਤੋਂ ਹਾਂ ਤੇ ਮੈਂ ਤੁਹਾਡੇ ਨਾਲ ਆਪਣੀ ਟੈਸਟਮਨੀ ਸ਼ੇਅਰ ਕਰਨ ਜਾ ਰਿਹਾ ਹਾਂ। ਮੈਂ ਪਹਿਲਾਂ ਮਸੀਹ ਸੀ ਪਰ ਮਸੀਹ ਦੇ ਵਿੱਚ ਨਹੀਂ ਸੀ ਤੇ ਉਸ ਤੋਂ ਬਾਅਦ ਮੈਂ 2021 ਦੇ ਵਿੱਚ ਕਾਮੜਾ ਚਰਚ ਆਉਣਾ ਸ਼ੁਰੂ ਕੀਤਾ। ਪਹਿਲਾਂ ਮੈਂ ਗਲਤ ਕੰਮਾਂ ਦੇ ਵਿੱਚ ਸੀ, ਮੁੰਡਿਆਂ ਦੇ ਨਾਲ ਇੱਧਰ ਉੱਧਰ ਘੁੰਮਦਾ ਸੀ, ਘਰ ਦੇ ਵਿੱਚ ਲੇਟ ਆਉਂਦਾ ਸੀ ਤੇ ਮੈਂ ਚਰਚ ਦੇ ਵਿੱਚ ਬਿਲਕੁਲ ਨਹੀਂ ਸੀ ਜਾਂਦਾ ਤੇ 2021 ਦੇ ਵਿੱਚ ਮੇਰੇ ਕਜ਼ਨਸ ਮੈਨੂੰ ਖਾਮੜਾ ਚਰਚ ਦੇ ਵਿੱਚ ਲੈ ਕੇ ਆਏ ਤੇ ਉਸ ਤੋਂ ਬਾਅਦ ਮੈਂ ਲਗਾਤਾਰ ਖਾਮੜਾ ਚਰਚ ਨਾਲ जुड़िया रहा ਤੇ मैं एवरी संडे मीटिंग अटेंड करता रहा, वचन सुनता रहा। ओके, मतलब आपकी 19 साल की जब उम्र थी तभी से आपका जीवन पाप में चला गया था। मतलब ऐसी कौन सी चीज थी जिससे आप छूटना चाहते थे? लोगों के लड़कों के साथ घूमना, ठट्ठा मजाक करना, कैसी लाइफ थी उसके बारे में थोड़ा बताएं आप। ਜਿਹੜਾ ਮੇਰਾ ਫਰੈਂਡ ਸਰਕਲ ਸੀ, ਅੰਨੇ ਜਾਤੀ ਜਿਹੜੇ ਮੇਰੇ ਫਰੈਂਡ ਸੀ ਉਹ ਗਲਤ ਕੰਮਾਂ ਦੇ ਵਿੱਚ ਸੀ ਤੇ ਆਪਾਂ ਇੱਧਰ ਉੱਧਰ ਘੁੰਮਦੇ ਸੀ, ਵੈਬੀਚਾਰ ਦੇ ਵਿੱਚ ਸੀ। ਮੈਂ ਰਾਤ ਨੂੰ ਕੁੜੀਆਂ ਦੇ ਨਾਲ ਗੱਲਾਂ ਕਰਨੀਆਂ ਲੇਟ ਨਾਈਟ ਤੱਕ ਤੇ ਮੈਂ ਗਲਤ ਕੰਮਾਂ ਦੇ ਵਿੱਚ ਸੀ ਤੇ ਉਸ ਤੋਂ ਬਾਅਦ ਮੈਂ ਲਗਾਤਾਰ ਖਾਮੜਾ ਚਰਚ ਨਾਲ जुड़िया रहा ਤੇ मैं वचन सुनता रहा, टेस्टिमनी सुनता रहा। ओके, जब परमेश्वर के दास टीचिंग देते थे, वचन देते थे, आपने उनको सुना और रिसीव किया, तो जब यहाँ पे आके आपने यूथ को देखा परमेश्वर की सेवा करते, कैसे इंस्पायर हुए उनसे आप? ਤੇ ਮੈਂ ਵੀ ਸੋਚਦਾ ਹੁੰਦਾ ਸੀ ਕਿ ਜਿੱਦਾਂ ਯੂਥ ਸੇਵਾ ਕਰ ਰਿਹਾ ਮੈਂ ਵੀ ਸੇਵਾ ਕਰਾਂ ਤੇ ਉਸ ਤੋਂ ਬਾਅਦ 2022 ਦੇ ਵਿੱਚ ਅਪ੍ਰੈਲ ਦੇ ਵਿੱਚ ਮੇਰਾ ਬਪਤਿਜ਼ਮ ਹੋਇਆ। ਅਪੋਸਟਲ ਜੀ ਨੇ ਖੁਦ ਮੈਨੂੰ ਬਪਤਿਜ਼ਮ ਦਿੱਤਾ, ਮੇਰੇ ਤੇ ਲੇ ਹੈਂਡ ਕੀਤੀ ਤੇ ਉਸ ਤੋਂ ਬਾਅਦ ਦਿਨੋਂ ਦਿਨ ਮੈਂ ਖੁਦਾ ਦੇ ਵਿੱਚ ਵਾਧਾ ਗਿਆ ਤੇ ਉਸ ਤੋਂ ਬਾਅਦ ਪਰਮੇਸ਼ਰ ਦੇ ਦਾਸ ਵਚਨ ਕਰਦੇ ਹੁੰਦੇ ਸੀ ਕਿ ਤੁਸੀਂ ਵੱਧ ਤੋਂ ਵੱਧ ਖੁਦਾ ਦਾ ਸੁਸਮਾਚਾਰ ਸੁਣਾਓ। ਜਿੱਦਾਂ ਕਿ ਪਵਿੱਤਰ ਬਾਈਬਲ ਦੇ ਵਿੱਚ ਵੀ ਲਿਖਿਆ, ਜਾਓ ਪੂਰੇ ਜਗਤ ਵਿੱਚ ਜਾ ਕੇ ਮੇਰੇ ਨਾਮ ਦਾ ਸੁਸਮਾਚਾਰ ਸੁਣਾਓ। ਤੇ ਪਰਮੇਸ਼ਰ ਦੇ ਦਾਸ ਦੱਸਦੇ ਹੁੰਦੇ ਸੀ ਕਿ ਤੁਸੀਂ ਜਿਹੜੇ ਲੋਕ ਵਿਰੋਧ ਕਰਦੇ ਮਸੀਹਤ ਦਾ ਉਹਨਾਂ ਨੂੰ ਦੱਸਣਾ ਵਾ ਕਿ ਪਰਮੇਸ਼ਰ ਧਰਮ ਜਾਂ ਜਾਤ ਨੂੰ ਨਹੀਂ ਬਦਲਦਾ, ਉਹ ਸਾਡੇ ਜੀਵਨ ਨੂੰ ਬਦਲਦਾ ਹੈ। ਤੇ ਫਿਰ ਉਸ ਤੋਂ ਬਾਅਦ ਮੈਂ ਸੇਵਾ ਦੇ ਵਿੱਚ परमेश्वर ਦੇ ਵਿੱਚ ਦਿਨੋਂ ਦਿਨ वादा गया। ओके, आप सेवा करते थे लेकिन साथ में आपकी लाइफ में एक बीमारी थी, उस बीमारी के कारण आपको क्या दिक्कत रहती थी? एर्थराइटिस के रोग के कारण। परमेश्वर ਦੇ ਦਾਸ ਕਹਿੰਦੇ ਸੀ ਤੁਸੀਂ ਸੁਸਮਾਚਾਰ ਵੱਧ ਤੋਂ ਵੱਧ ਸੁਣਾਓ ਤੇ ਪ੍ਰਭੂ ਨੇ ਮੇਰੇ ਮਨ ਦੇ ਵਿੱਚ ਪਾਇਆ ਕਿ ਮੈਂ ਵੀ ਕੋਈ ਨਾ ਕੋਈ ਸੇਵਾ ਕਰਾਂ ਤੇ ਫਿਰ ਉਸ ਤੋਂ ਬਾਅਦ ਮੈਂ ਫ੍ਰੀ ਬਾਈਬਲ ਡਿਸਟ੍ਰੀਬਿਊਸ਼ਨ ਦੀ ਸੇਵਾ ਕੀਤੀ ਤੇ ਮੈਂ ਲਗਾਤਾਰ ਹੀ ਸੇਵਾ ਕਰਦਾ ਗਿਆ ਤੇ ਪਰਮੇਸ਼ਰ ਦੇ ਦਾਸ ਨੇ ਪ੍ਰੋਫੈਸੀ ਕੀਤੀ ਸੀ ਕਿ ਜਿਹੜੀ ਯੂਥ ਆ ਉਹ ਆਉਣ ਵਾਲੇ ਟਾਈਮ ਦੇ ਵਿੱਚ ਚੈਰਿਟੀ ਕਰੇਗੀ ਤੇ ਉਸ ਤੋਂ ਬਾਅਦ ਮੈਂ ਵਿਧਵਾ ਭੈਣਾਂ ਦੀ ਹੈਲਪ ਸ਼ੁਰੂ ਕੀਤੀ ਕਰਨੀ। ਜਿਵੇਂ ਕਿ ਪਵਿੱਤਰ ਬਾਈਬਲ ਦੇ ਵਿੱਚ ਲਿਖਿਆ ਹੈ ਸਾਨੂੰ ਕਲੀਸਿਆ ਨੂੰ ਉਹਨਾਂ ਵਿਧਵਾਵਾਂ ਦਾ ਖਿਆਲ ਰੱਖਣਾ ਚਾਹੀਦਾ ਹੈ ਜੋ ਸੱਚਮੁੱਚ ਇਕੱਲੀਆਂ ਹਨ ਤੇ ਮੈਂ ਵਿਧਵਾ ਦੀ ਹੈਲਪ ਕਰਨੀ ਵੀ ਸ਼ੁਰੂ ਕੀਤੀ ਤੇ ਉਸ ਤੋਂ ਬਾਅਦ ਜਦੋਂ ਮੈਂ ਸੇਵਾ ਦੇ ਵਿੱਚ ਅੱਗੇ ਵਧਿਆ ਤੇ ਜਦੋਂ ਮੈਂ ਮਸੀਹ ਦੇ ਵਿੱਚ ਨਹੀਂ ਸੀ ਤੇ ਪਹਿਲਾਂ ਮੈਨੂੰ ਕੋਈ ਬਿਮਾਰੀ ਨਹੀਂ ਸੀ ਪਰ ਜਦੋਂ ਮੈਂ ਮਸੀਹ ਦੇ ਵਿੱਚ ਆਇਆ ਪ੍ਰਭੂ ਨੂੰ ਆਪਣਾ ਜੀਵਨ ਦਿੱਤਾ ਤੇ ਸੇਵਾ ਕਰਨੀ ਸਟਾਰਟ ਕੀਤੀ ਤੇ ਮੈਨੂੰ ਫੀਵਰ ਰਹਿਣਾ ਸ਼ੁਰੂ ਹੋ ਗਿਆ 2022 ਦੇ ਵਿੱਚ। ਬਾਅਦ ਵਿੱਚ जब ये नाम के मसीह में थे तो कोई दिक्कत नहीं थी, जैसे ही परमेश्वर के दास के वर्ड को सुना, टीचिंग को सुना, फॉलो करना शुरू किया तो शैतान ने अटैक करना शुरू किया। तो उस समय जब मसीह में अच्छे से चलना शुरू किया तो शैतान ने भी अपना काम किया। आपको जब डॉक्टर के पास गया, डॉक्टर ने आपको बताया कि आपको गठिए का रोग हो चुका है, इसके कारण क्या दिक्कत रहती थी आपको उस समय? ਪਹਿਲਾਂ ਮੈਨੂੰ ਬਹੁਤ ਸਾਰੀ ਬਿਮਾਰੀਆਂ ਰਹੀਆਂ, ਮੈਂ 8 ਮਹੀਨੇ ਲਗਾਤਾਰ ਬਿਮਾਰ ਰਿਹਾ। ਪਹਿਲਾਂ ਮੈਨੂੰ ਟਾਈਫਾਈਡ ਫੀਵਰ ਹੋ ਗਿਆ, ਪਹਿਲਾਂ ਮੈਨੂੰ ਲਾਈਫ ਦੇ ਵਿੱਚ ਕਦੀ ਵੀ ਟਾਈਫਾਈਡ ਫੀਵਰ ਨਹੀਂ ਹੋਇਆ ਸੀ ਤੇ ਮੈਨੂੰ ਟਾਈਫਾਈਡ ਫੀਵਰ ਹੋਇਆ 2 ਮਹੀਨੇ ਲਗਾਤਾਰ ਮੈਂ ਬਿਮਾਰ ਰਿਹਾ। ਫਿਰ ਉਸ ਤੋਂ ਬਾਅਦ ਮੇਰੀ ਸੀਆਰਪੀ ਇਨਫੈਕਸ਼ਨ ਵੱਧ ਗਈ, ਮੇਰੇ ਸਿਰ ਦੇ ਵਿੱਚ ਬਹੁਤ ਜ਼ਿਆਦਾ ਦਰਦ ਰਹਿੰਦਾ ਸੀ, ਮੈਂ ਬਹੁਤ ਪਰੇਸ਼ਾਨ ਸੀ ਕਿ ਮੈਂ ਪਰਮੇਸ਼ਰ ਦੀ ਸੇਵਾ ਵੀ ਕਰ ਰਿਹਾ ਪਰ ਫਿਰ ਵੀ ਮੇਰੇ ਤੇ ਇੰਨੇ ਦੁੱਖ ਮੁਸੀਬਤ ਆ ਰਹੇ ਆ। तो कितने डॉक्टर चेंज करके देखे आपने उस समय? मैं 8-10 डॉक्टर चेंज करके देखे, दवाइयां खा ली लेकिन कुछ भी फर्क नहीं मैं पड़ता बहुत सारी दवाइयां खादियां, मैं बहुत परेशान रहता सी कि मैं परमेश्वर का काम कर रहा फिर भी मेरे ते दुख मुसीबत आ रहे हैं। ओके, फिर इन्होंने 31 मार्च 2024 की ईस्टर मीटिंग में परमेश्वर के दास की तरफ ही प्रार्थना को अपने लिए रिसीव किया। वो कह रहा है कि जब तू जादू और टोने को डांट रहा है, अर्थराइटिस गायब हो रहा है, अपने आप को चेक करो, गवाही के लिए आ जाओ क्योंकि परमेश्वर का आत्मा आपके शैतानी एलिमेंट्स को गायब कर रहा है। कैच करो, फायर फायर, आई कॉल अपॉन द फायर गॉड। ओके, जब आपने प्रार्थना को पूरे विश्वास के साथ रिसीव किया, क्या हुआ उसके बाद जब दोबारा डॉक्टर के पास गए? ਮੈਂ ਬਹੁਤ ਹਲਕਾ ਮਹਿਸੂਸ ਕੀਤਾ ਤੇ ਸ਼ਾਮ ਨੂੰ ਮੈਨੂੰ ਇੱਕ ਡ੍ਰੀਮ ਆਇਆ। ਉਹ ਸੁਪਨੇ ਦੇ ਵਿੱਚ ਪ੍ਰੇਅਰ ਰਿਸੀਵ ਕਰਨ ਤੋਂ ਬਾਅਦ ਸੰਡੇ ਨੂੰ ਸ਼ਾਮ ਨੂੰ ਮੈਨੂੰ ਡ੍ਰੀਮ ਆਇਆ, ਮੈਂ ਸੇਮ ਡਾਕਟਰ ਕੋਲ ਗਿਆ ਵਾਂ ਤੇ ਡਾਕਟਰ ਕਹਿੰਦੇ ਕਿ ਤੇਰੀ ਰਿਪੋਰਟ ਨੋਰਮਲ ਆ ਤੇ ਮੇਰਾ ਸਲੂਨ ਦਾ ਕੰਮ ਆ, ਮੈਂ ਖੜੇ ਹੋ ਕੇ ਕੰਮ ਕਰਦਾ। ਮੇਰੇ ਪੈਰਾਂ ਦੇ ਵਿੱਚ ਬਹੁਤ ਸਵੈਲਿੰਗ ਰਹਿੰਦੀ ਸੀ ਪਹਿਲਾਂ ਤੇ ਮੈਂ ਡਾਕਟਰ ਕੋਲ ਗਿਆ ਤੇ ਉਹਨਾਂ ਨੇ ਕਿਹਾ ਕਿ ਤੇਰੇ ਸਵੈਲਿੰਗ ਆ, ਤੇਰੇ ਪਰਿਵਾਰ 'ਚ ਕਿਸੇ ਨੂੰ ਗਠੀਆ ਆ ਗਿਆ। ਮੈਂ ਕਿਹਾ ਨਹੀਂ ਤੇ ਉਹਨਾਂ ਨੇ ਕਿਹਾ ਕਿ ਤੈਨੂੰ ਗਠੀਆ ਹੈ। ਮੈਂ ਸੋਚਦਾ ਹੁੰਦਾ ਕਿ ਇਹ ਬਿਮਾਰੀ ਬਜ਼ੁਰਗਾਂ ਨੂੰ ਹੁੰਦੀ ਆ ਤੇ ਮੈਨੂੰ ਕਿਉਂ ਹੋ ਰਹੀ ਹੈ। ਮੈਂ ਪਰਮੇਸ਼ਰ ਦੀ ਸੇਵਾ ਵੀ ਕਰ ਰਿਹਾ, ਪਰਮੇਸ਼ਰ ਦੇ ਨਾਲ ਵਫਾਦਾਰ ਹਾਂ ਤੇ ਚਰਚ ਦੇ ਵਿੱਚ ਵੀ ਲਗਾਤਾਰ ਆ ਰਿਹਾ ਤੇ ਜਦੋਂ ਮੈਂ ਪ੍ਰੇਅਰ ਨੂੰ ਰਿਸੀਵ ਕੀਤਾ ਮੈਂ ਹਲਕਾ ਮਹਿਸੂਸ ਕੀਤਾ। और उसके बाद कोई आपको गठिए की बीमारी नहीं है? ਕੋਈ ਮੈਨੂੰ ਗਠੀਆ ਦੀ ਬਿਮਾਰੀ ਨਹੀਂ ਹੈ, ਮੈਂ ਲਗਾਤਾਰ ਉਹ ਸੇਵਾ ਕਰ ਰਿਹਾ, ਮੈਂ ਫ੍ਰੀ ਬਾਈਬਲ ਡਿਸਟ੍ਰੀਬਿਊਸ਼ਨ ਵੀ ਕਰ ਰਿਹਾ, ਦੇਸ਼ ਵਿਦੇਸ਼ ਵਿੱਚ ਜਾ ਕੇ ਵੀ ਮੈਂ ਖੁਦਾ ਦਾ सुसमाचार फैला रहा हूं। तारीफ करें इक्लेसिया अपने हाथों को उठाते हुए इस लाइफ चेंजिंग टेस्टिमनी के लिए परमेश्वर का थैंक्स करें। हालेलुया, थैंक यू जीसस बोलते हुए हालेलुया, उस जीवित परमेश्वर के नाम को महिमा दे, परमेश्वर की तारीफ करें। आज भी जो यूथ नशों में है, पाप में है, व्यभिचार में है, बीमारियों में है,
आपको अगर आप उन चीजों से आजाद नहीं हो पा रहे, आपको फॉलो करना है परमेश्वर को, वर्ड को फॉलो करना है, सेवा करनी है परमेश्वर की, फिर देखना कैसे आपकी लाइफ में परमेश्वर काम करता है। जिस तरह इस भाई को परमेश्वर ने डिलीवर किया, इनकी लाइफ को चेंज किया, पाप से आजाद किया, व्यभिचार से आजाद किया, बीमारियों से आजाद किया और अपने कामों के लिए, अपनी सेवा के लिए इस्तेमाल किया, तो आप भी ब्लेस होंगे यीशु मसीह के सामर्थी नाम में। ऊंची आवाज में थैंक यू जीसस बोलते हुए उस जीवित परमेश्वर के नाम को महिमा दें। क्योंकि जब आप वर्ड सुनते हैं, आप टीचिंग ग्रहण करते हैं कि जो परमेश्वर के दास के ऊपर मसा है, जो प्रचार को करते हैं, आप उस वचन को सुनते हैं, उस टीचिंग को सुनते हैं, तो आपके अंदर परमेश्वर के काम करने का एक जज्बा पैदा होता है। जिस तरह आज परमेश्वर ने इस भाई को आजाद किया है, ऐसे हजारों यूथ यंगस्टर लोग हैं जो परमेश्वर की सेवा कर रहे हैं, परमेश्वर के दास की टेस्टमनी को फॉलो करके। और हमारा ये बिलीव है कि आज की मीटिंग में परमेश्वर का आत्मा आपको छुएगा, बड़ी गवाहियां आपकी जिंदगी के अंदर एंटर होंगी यीशु मसीह के नाम में। अपने हाथों को हिलाते हुए थैंक यू जीसस बोले, ऊंची आवाज में उस जीवित परमेश्वर की महिमा करते जाएं।